अस्सलामुअलैकुम वरहमतुल्लाहि वबरकातुहू। दोस्तों, ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹਿੰਦੀ। ਹੁਣ ਬੜੇ ਦਿਨਾਂ ਬਾਅਦ ਆਪਣੀ ਮੁਲਾਕਾਤ ਹੋ ਰਹੀ ਹੈ। ਮੈਂ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ਦਾ ਇੱਕ ਸ਼ੇਰ ਪੜ੍ਹਿਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ। ਉਹ ਸ਼ੇਰ ਕੀ ਸੀ ਕਿ ਕਿੱਸਾ ਸੈਫ ਮਲੂਕੇ ਵਾਲਾ ਇਸ ਕਾਰਨ ਹੁਣ ਕਹਿਣਾ, ਕਿੱਸਾ ਸੈਫ ਮਲੂਕੇ ਵਾਲਾ ਇਸ ਕਾਰਨ ਹੁਣ ਕਹਿਣਾ, ਤਾਲਬ ਹਿੰਮਤ ਕਰਕੇ ਚਲੀਏ ਰਵਾ ਨਾ ਰੱਖੀਏ ਪੈਣਾ। ਉਹ ਕਹਿੰਦੇ ਨੇ ਕਿ ਕਿੱਸਾ ਸੈਫ ਮਲੂਕ ਦਾ ਹੁਣ ਆਪਾਂ ਕਹਿਣਾ ਹਿੰਮਤ ਕਰਕੇ ਚੱਲਣਾ ਚਾਹੀਦਾ। ਜਿਹੜਾ ਬਹਿ ਜਾਣਾ, ਰੁਕ ਜਾਣਾ, ਇਹ ਮੁਨਾਸਬ ਨਹੀਂ। ਅਸਲ 'ਚ ਕਿੱਸਾ ਇਹਦੇ ਪਿੱਛੇ ਬੜੀ ਕਹਾਣੀ ਹੈ। ਕਹਿੰਦੇ ਨੇ ਕਿ ਜੋ ਵੀ ਮੁਸ਼ਕਲ ਬੰਦੇ ਤੇ ਆਂਦੀ ਹੈ ਨਾ, ਕੋਈ ਵੀ ਮੁਸੀਬਤ ਆਂਦੀ ਹੈ, ਉਹ ਆਪਣੇ ਨਾਲ ਕੋਈ ਨਾ ਕੋਈ ਆਸਾਨੀ ਲੈ ਕੇ ਆਂਦੀ, ਕੋਈ ਇੱਕ ਨਵਾਂ ਦਰਵਾਜ਼ਾ ਉਹਦੇ ਵਾਸਤੇ ਖੋਲ੍ਹਦੀ ਹੈ। ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਮੀਆਂ ਮੁਹੰਮਦ ਬਖਸ਼ ਨਾਲ ਵੀ ਪੇਸ਼ ਆਈ। ਅਸਲ 'ਚ ਜਦੋਂ ਮੀਆਂ ਮੁਹੰਮਦ ਬਖਸ਼, ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ, ਜਦੋਂ ਮੈਂ CSS ਕਰ ਰਿਹਾ ਸੀ, ਗਾਰਡਨ ਟਾਊਨ ਅਕੈਡਮੀ, ਆਫੀਸਰਸ ਅਕੈਡਮੀ, ਉੱਥੇ CSS ਕਰ ਰਿਹਾ ਸੀ, ਤੇ ਉੱਥੇ ਇੱਕ ਸਰ ਪੜ੍ਹਾਉਂਦੇ ਸੀ, ਆਸਫ ਸਾਹਿਬ, ਪੰਜਾਬੀ ਪੜ੍ਹਾਉਂਦੇ ਸੀ। ਉਹਨਾਂ ਦੱਸਿਆ ਕਿ ਜਦੋਂ ਮੀਆਂ ਮੁਹੰਮਦ ਬਖਸ਼ ਦਾ ਰਿਸ਼ਤਾ ਵੇਖਣ ਆਏ ਨਾ ਕੁੜੀ ਵਾਲੇ, ਤੇ ਮੀਆਂ ਮੁਹੰਮਦ ਬਖਸ਼ ਤੇ ਉਹਨਾਂ ਦਾ ਦਿਲ ਨਾ ਭਰਿਆ। ਐਡੇ ਸੋਹਣੇ ਨਹੀਂ ਸਨ, ਛੋਟਾ ਜਿਹਾ ਕੱਦ ਸੀ, ਤੇ ਪਿੱਛੇ ਕਹਿੰਦੇ ਨੇ ਕਿ ਕੁੱਬ ਨਹੀਂ ਜਿਵੇਂ ਨਿਕਲਿਆ ਹੁੰਦਾ ਬੰਦੇ ਦਾ, ਉਹ ਕੁੱਬ ਨਿਕਲਿਆ ਹੋਇਆ ਸੀ। ਤੇ ਉਹਨਾਂ ਆਖਿਆ ਵੀ ਅਸੀਂ ਛੋਟੇ ਭਰਾ ਨੂੰ ਦੇਣਾ ਰਿਸ਼ਤਾ। ਮੀਆਂ ਮੁਹੰਮਦ ਬਖਸ਼ ਉਦੋਂ ਮੀਆਂ ਮੁਹੰਮਦ ਬਖਸ਼ ਹਾਲੀ ਬਣੇ ਵੀ ਨਹੀਂ ਸਨ, ਤੇ ਉਹਨਾਂ ਆਖਿਆ ਵੀ ਛੋਟੇ ਭਰਾ ਨੂੰ ਦੇਣਾ ਰਿਸ਼ਤਾ। ਛੋਟੇ ਭਰਾ ਨੂੰ ਰਿਸ਼ਤਾ ਦੇ ਦਿੱਤਾ। ਮੀਆਂ ਮੁਹੰਮਦ ਬਖਸ਼ ਹਿੰਮਤ ਨਹੀਂ ਹਾਰੀ, ਉਹਨਾਂ ਆਪਣੀ ਐਨਰਜੀ, ਆਪਣੀ ਤਾਕਤ ਨੂੰ ਦੂਸਰੇ ਪਾਸੇ ਸ਼ਿਫਟ ਕੀਤਾ ਤੇ ਅਮਰ ਹੋ ਗਿਆ ਹਮੇਸ਼ਾ ਵਾਸਤੇ। ਤੇ ਜਦੋਂ ਬੰਦਾ ਟੁੱਟਿਆ ਹੁੰਦਾ ਨਾ, ਤੇ ਹਿੰਮਤ ਵਾਲਾ ਬੰਦਾ ਦਿਲੋਂ ਤਗੜੀਆਂ ਗੱਲਾਂ ਕੱਢਦਾ। ਤੇ ਉਹਨਾਂ ਵੀ ਤਗੜੀ ਗੱਲ ਕਰਦਿਆਂ ਹੋਇਆ ਫਰਮਾਇਆ ਕਿ ਕਿੱਸਾ ਸੈਫ ਮਲੂਕੇ ਵਾਲਾ ਇਸ ਕਾਰਨ ਹੁਣ ਕਹਿਣਾ, ਤਾਲਬ ਹਿੰਮਤ ਕਰਕੇ ਚਲੀਏ ਰਵਾ ਨਾ ਰੱਖੀਏ ਬਹਿਣਾ। ਹਿੰਮਤ ਕਰ ਸੋਹਣਿਆ। ਇੱਕ ਸ਼ੇਰ ਉਹਨਾਂ ਦੇ ਹੋਰ ਹੈ, ਕਹਿੰਦੇ ਨੇ, ਜਾਂ ਤੱਕ ਸਾਸ ਨਿਰਾਸ਼ ਨਾ ਹੋਵੀਂ ਸਾਸ ਟੁੱਟੇ ਮੁੜ ਆਸਾ, ਜਾਂ ਤੱਕ ਸਾਸ ਨਿਰਾਸ਼ ਨਾ ਹੋਵੀਂ ਸਾਸ ਟੁੱਟੇ ਮੁੜ ਆਸਾ, ਢੂੰਡ ਕਰਨ ਥੀ ਹਟੀ ਨਹੀਂ ਹਟ ਗਿਓ ਤਾਂ ਹਾਸਾ। ਵਾਹ ਜੀ ਵਾਹ, ਕਮਾਲ ਨਹੀਂ ਕਰ ਛੱਡਿਆ। ਜੇ ਕੋਈ ਕੰਮ ਕਰਨਾ ਸ਼ੁਰੂ ਬੰਦਾ ਕਰ ਦੇਵੇ, ਉਹਨੂੰ ਪੂਰਾ ਕਰੇ, ਉਹਦੇ ਤੋਂ ਪਿੱਛੇ ਨਾ ਹਟੇ। ਐਵੇਂ ਹਾਸਾ ਦੁਨੀਆ ਦਾ, ਜੱਗ ਦਾ ਹਾਸਾ ਨਾ ਬਣੇ। ਜਾਂ ਤੱਕ ਸਾਸ ਨਿਰਾਸ਼ ਨਾ ਹੋਵੇਂ ਸਾਸ ਟੁੱਟੇ ਮੁੜ ਆਸਾ, ਢੂੰਡਨ ਕਰਨ ਥੀ ਹਟੀ ਨਹੀਂ ਹਟ ਗਿਓ ਤਾਂ ਹਾਸਾ, ਜਲ ਜਲ ਹਾਰ ਨਾ ਹਾਰੀ ਹਿੰਮਤ ਇੱਕ ਦਿਨ ਭਰਸੀ ਪਾਸਾ, ਭੁੱਖਾ ਮੰਗਣ ਚੜੇ ਮੁਹੰਮਦ ਓੜਕ ਭਰਦਾ ਕਾਸਾ। ਕਿਆ ਬਾਤ ਹੈ। ਸੁਬਹ ਸੁਬਹ ਫਕੀਰ ਵੀ ਮੰਗੇ ਨਾ, ਸ਼ਾਮ ਨੂੰ ਉਹਦਾ ਵੀ ਜੋ ਕਾਸਾ ਹੈ ਨਾ, ਬਰਤਨ ਹੈ, ਉਹ ਭਰ ਜਾਂਦਾ। ਮਕਸਦ ਇਹ ਸ਼ੇਰ ਕਹਿਣ ਦਾ ਕਿ ਯਾਰ ਹਿੰਮਤ ਨਹੀਂ ਹਾਰਨੀ ਚਾਹੀਦੀ। ਜੋ ਕੰਮ ਸ਼ੁਰੂ ਕੀਤਾ ਉਹਨੂੰ ਪੂਰਾ ਕਰਨਾ ਚਾਹੀਦਾ। ਹੁਣ ਇੱਥੇ ਸਵਾਲ ਇੱਕ ਇਹ ਪੈਦਾ ਹੁੰਦਾ ਕਿ ਜੋ ਕੰਮ ਸ਼ੁਰੂ ਕੀਤਾ ਉਹ ਫਰਜ਼ ਕਰੋ, ਕਿਤੇ ਮੁਕੰਮਲ ਨਹੀਂ ਹੁੰਦਾ, ਕਿਸੇ ਵਜ੍ਹਾ ਤੋਂ ਰੋਕੇ। ਇਹਦਾ ਮਤਲਬ ਇਹ ਨਹੀਂ ਕਿ ਉਸੇ ਕੰਮ ਨੂੰ ਠੁੱਕੇ ਰਹੋ। ਉਸ ਕੰਮ ਤੋਂ ਹਟ ਕੇ ਕੋਈ ਹੋਰ ਉਸ ਤੋਂ ਬਿਹਤਰ ਕੰਮ ਕਰ ਲਓ, ਉਹ ਮਿਲ ਜਾਂਦਾ। ਹਰ ਮੁਸ਼ਕਲ ਦੇ ਨਾਲ ਆਸਾਨੀ, ਜਦੋਂ ਇੱਕ ਕੰਮ ਦੇ ਵਿੱਚ ਕੋਈ ਰੁਕਾਵਟ ਪੈਦਾ ਹੋਊਗੀ ਤਾਂ ਦੂਸਰਾ ਕੰਮ ਤੁਹਾਡੇ ਵਾਸਤੇ ਇੰਤਜ਼ਾਰ ਕਰ ਰਿਹਾ। ਲਿਹਾਜ਼ਾ ਵੀ ਸ਼ੁੱਡ ਨਾਟ ਲੂਜ਼ ਅਵਰ ਹਾਰਟ, ਵੀ ਸ਼ੁੱਡ ਬੀ ਕਰਜੀਅਸ। ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਤੇ ਵਧਦਾ ਰਹਿਣਾ ਚਾਹੀਦਾ ਅੱਗੇ, ਤੇ ਹਿੰਮਤ ਨਹੀਂ ਛੱਡਣੀ ਚਾਹੀਦੀ। ਜਿਵੇਂ ਮੀਆਂ ਮੁਹੰਮਦ ਬਖਸ਼ ਨੂੰ ਰਿਸ਼ਤਾ ਨਾ ਮਿਲਿਆ, ਉਹਨਾਂ ਇਹ ਨਹੀਂ ਆਖਿਆ ਵੀ ਰਿਸ਼ਤਾ ਨਹੀਂ ਮਿਲਿਆ ਤਾਂ ਮੈਂ ਤਾਂ ਮਰ ਗਿਆ ਥਾਂ। ਐਸਾ ਕੋਈ ਸੀਨ ਨਹੀਂ ਹੋਇਆ। ਉਹ ਹਮੇਸ਼ਾ ਵਾਸਤੇ ਅਮਰ ਹੋ ਗਿਆ। ਮੀਆਂ ਮੁਹੰਮਦ ਬਖਸ਼ ਦੇ ਭਰਾ ਨੂੰ ਕੋਈ ਜਾਣਦਾ? ਅੱਜ ਕੋਈ ਨਹੀਂ ਜਾਣਦਾ। ਮੀਆਂ ਮੁਹੰਮਦ ਬਖਸ਼ ਨੂੰ ਜਾਣਦੇ ਨੇ। ਕਿੰਨੇ 100 ਸਾਲ ਹੋ ਗਏ ਨੇ। 1830 'ਚ ਖੜੀ ਸ਼ਰੀਫ 'ਚ ਆਜ਼ਾਦ ਕਸ਼ਮੀਰ ਪੈਦਾ ਹੋਏ ਸਨ। 1830 'ਚ ਤੇ ਹੁਣ ਸਾਲ ਜਾਂਦਾ ਪਿਆ 2024, ਤਕਰੀਬਨ 18, 19 ਤੇ 20, 300 ਸਾਲ ਹੋ ਗਿਆ। 300 ਸਾਲ ਹੋ ਗਿਆ, ਤਕਰੀਬਨ 300 ਸਾਲ। 300 ਸਾਲ ਹੋ ਗਿਆ, ਲੇਕਿਨ ਅੱਜ ਵੀ ਆਪਣੇ ਹਰ ਬੰਦੇ ਦੇ ਦਿਲ 'ਚ, ਹਰ ਪੰਜਾਬੀ ਦੇ ਦਿਲ 'ਚ, ਹਰ ਉਰਦੂ ਬੋਲਣ ਵਾਲੇ ਦੇ ਦਿਲ 'ਚ ਜ਼ਿੰਦਾ ਨੇ। ਤੁਸੀਂ ਟਿਕਟੌਕ ਵੇਖ ਲਓ, YouTube ਵੇਖ ਲਓ, ਉਹਨਾਂ ਦੇ ਸ਼ੇਰ ਪੜ੍ਹੇ ਹੋਏ, ਉਹਨਾਂ ਦੇ ਸ਼ੇਰ ਲਿਖੇ ਹੋਏ ਹਰ ਬੰਦਾ ਪੜ੍ਹ ਰਿਹਾ। ਤੇ ਸਲਾਮ ਹੈ ਉਹਨਾਂ ਦੀ ਹਿੰਮਤ ਨੂੰ, ਤੇ ਉਹ ਹਿੰਮਤ ਸਾਨੂੰ ਵੀ ਦਵਾ ਰਹੇ ਨੇ। ਇੱਕ ਉਹਨਾਂ ਦਾ ਸ਼ੇਰ ਹੈ ਕਿ ਜਾਂ ਮਕਸੂਦ ਮੁਯੱਸਰ ਹੁੰਦਾ ਰੰਜੋ ਰਾਹਤ ਥੀਂਦੀ, ਜਾਂ ਮਕਸੂਦ ਮੁਯੱਸਰ ਹੁੰਦਾ ਰੰਜੋ ਰਾਹਤ ਥੀਂਦੀ, ਯਾਦ ਨਾ ਰਹੇ ਕਜ਼ੀਆ ਕੋਈ ਜਦੋਂ ਫਰਾਗਤ ਥੀਂਦੀ। ਜਦੋਂ ਬੰਦਾ ਆਪਣੀ ਮੰਜ਼ਿਲ ਨੂੰ ਪਾ ਲੈਂਦਾ ਹੈ ਤੇ ਉਹਨੂੰ ਕੋਈ ਦੁੱਖ ਨਹੀਂ ਰਹਿੰਦਾ, ਮਾਜ਼ੀ ਸਾਰਾ ਭੁੱਲ ਜਾਂਦਾ,
ਉਹ ਖੁਸ਼ ਹੋ ਜਾਂਦਾ। ਫਰਜ਼ ਕਰੋ ਤੁਸੀਂ ਸਾਰਾ ਦਿਨ ਗਰਮੀ 'ਚ ਕੰਮ ਕਰਦੇ ਰਹਿੰਦੇ ਹੋ, ਸ਼ਾਮ ਨੂੰ ਏਸੀ ਦੇ ਥੱਲੇ ਆ ਕੇ ਸੋ ਜਾਂਦੇ ਹੋ, ਪਿਛਲੀ ਤਕਲੀਫ ਪਿੱਛੇ ਰਹਿ ਗਈ, ਉਹ ਭੁੱਲ ਗਏ। ਮਰੇ ਤੇ ਨਹੀਂ ਨਾ, ਜ਼ਿੰਦਾ ਨਾ। ਜਦੋਂ ਜ਼ਿੰਦਾ ਤਾਂ ਫਿਰ ਅੱਗੇ ਵਧਣਾ ਚਾਹੀਦਾ, ਹਿੰਮਤ ਨਹੀਂ ਹਾਰਨੀ ਚਾਹੀਦੀ, ਕਿਉਂਕਿ ਜਦੋਂ ਮੰਜ਼ਿਲ ਤੇ ਬੰਦਾ ਪਹੁੰਚ ਜਾਂਦਾ ਉਹ ਸਾਰੀਆਂ ਟੈਨਸ਼ਨਾਂ ਭੁੱਲ ਪੈਂਦਾ। ਖੁਦਾ ਹਾਫਿਜ਼।